ਆਪ ਸਭ ਨੂੰ ਸਤਿ ਸ਼੍ਰੀ ਅਕਾਲ। ਦੋਸਤੋ, ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਨੂੰ ਬਹਾਲ ਕਰ ਦਿੱਤਾ ਗਿਆ ਔਰ ਇਸ ਨੂੰ ਪੰਜਾਬ ਦੇ ਮੁਲਾਜ਼ਮਾਂ ਦੇ ਲਈ ਇੱਕ ਵੱਡੀ ਖਬਰ ਕਿਹਾ ਜਾ ਸਕਦਾ ਹੈ। ਪਰ ਇਸ ਦੇ ਨਾਲ ਹੀ ਪੰਜਾਬ ਦੇ ਮੁਲਾਜ਼ਮਾਂ ਦੇ ਮਨਾਂ ਦੇ ਵਿੱਚ ਇੱਕ ਸਵਾਲ ਵੀ ਪੈਦਾ ਹੋ ਗਿਆ, ਕਿਉਂਕਿ ਵਿੱਤ ਮੰਤਰੀ ਸਾਹਿਬ ਨੇ ਕਿਹਾ ਕਿ ਇਸ ਦੀ ਚੋਣ ਜਿਹੜੀ ਹੈ ਮੁਲਾਜ਼ਮਾਂ ਨੂੰ ਦਿੱਤੀ ਜਾਂਦੀ ਹੈ ਕਿ ਉਹ NPS ਦੇ ਵਿੱਚ ਰਹਿਣਾ ਚਾਹੁੰਦੇ ਨੇ ਜਾਂ ਫਿਰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਪੁਰਾਣੀ ਪੈਨਸ਼ਨ ਦੀ ਸਕੀਮ ਦੇ ਹੇਠ ਆਉਣਾ ਚਾਹੁੰਦੇ ਨੇ। ਇਸ ਨੂੰ ਹੋਰ ਸੁਖਾਲਾ ਕਰਨ ਦੇ ਲਈ ਅੱਜ ਦੀ ਅਸੀਂ ਵੀਡੀਓ ਲੈ ਕੇ ਆਏ ਹਾਂ, ਜਿਸ ਵਿੱਚ ਅਸੀਂ ਗੱਲ ਕਰਾਂਗੇ ਕਿ ਪੁਰਾਣੀ ਪੈਨਸ਼ਨ ਅਤੇ NPS ਦੇ ਵਿੱਚ ਕੀ ਫਰਕ ਹੈ। ਇਹ ਵੀਡੀਓ ਦੇਖਣ ਤੋਂ ਬਾਅਦ ਜਿਹੜਾ ਤੁਹਾਡਾ ਫੈਸਲਾ ਹੈ ਇਹ ਬੜਾ ਹੀ ਸੌਖਾ ਹੋ ਜਾਏਗਾ। ਸੋ ਦੋਸਤੋ, ਇੱਕ ਇੱਕ ਕਰਕੇ ਗੱਲ ਕਰਦੇ ਹਾਂ ਕਿ ਪੁਰਾਣੀ ਪੈਨਸ਼ਨ ਤੇ ਨਵੀਂ ਪੈਨਸ਼ਨ ਦੇ ਵਿੱਚ ਕੀ ਫਰਕ ਹੈ। ਸਭ ਤੋਂ ਮੁੱਢਲੇ ਫਰਕ ਦੀ ਜੇਕਰ ਗੱਲ ਕਰੀਏ ਤਾਂ ਜਦੋਂ ਵੀ ਕੋਈ ਕਰਮਚਾਰੀ ਪੁਰਾਣੀ ਪੈਨਸ਼ਨ ਦੇ ਦਾਇਰੇ ਦੇ ਵਿੱਚ 58 ਜਾਂ ਫਿਰ 60 ਸਾਲ ਦੀ ਉਮਰ ਦੇ ਵਿੱਚ ਰਿਟਾਇਰ ਹੁੰਦਾ ਹੈ ਤਾਂ ਇੱਕ ਗੱਲ ਅਸ਼ੋਰ ਹੈ ਕਿ ਜੇਕਰ 25 ਸਾਲ ਤੋਂ ਉੱਪਰ ਦੀ ਸੇਵਾ ਹੈ ਤਾਂ ਉਸ ਨੂੰ ਆਪਣੀ ਤਨਖਾਹ ਯਾਨੀ ਬੇਸਿਕ ਦੀ ਜਿਹੜੀ ਹੈ 50% ਅੱਧ ਦੇ ਅਨੁਸਾਰ ਜਿਹੜੀ ਹੈ ਉਹ ਪੈਨਸ਼ਨ ਜ਼ਰੂਰ ਮਿਲੇਗੀ। ਔਰ NPS ਦੀ ਜੇਕਰ ਗੱਲ ਕਰੀਏ ਤਾਂ ਇੱਥੇ ਕੋਈ ਕਿਸੇ ਤਰ੍ਹਾਂ ਦੀ ਅਸ਼ੋਰੈਂਸ ਨਹੀਂ ਹੈ ਕਿ ਰਿਟਾਇਰਮੈਂਟ ਤੇ ਤੁਹਾਨੂੰ ਕਿੰਨੀ ਪੈਨਸ਼ਨ ਮਿਲੇਗੀ ਔਰ ਹੋ ਸਕਦਾ ਹੈ ਕਿ 50% ਤੋਂ ਘੱਟ ਹੀ ਜਿਹੜੀ ਹੈ ਤੁਹਾਡੀ ਪੈਨਸ਼ਨ ਜਿਹੜੀ ਹੈ NPS ਦੇ ਹੇਠ ਲੱਗੇ, ਕਿਉਂਕਿ NPS ਦੇ ਵਿੱਚ ਤੁਹਾਡਾ ਪੈਸਾ ਜਿਹੜਾ ਹੈ ਉਹ ਸਟਾਕ ਮਾਰਕੀਟ ਦੇ ਵਿੱਚ ਹੈ, ਮਾਰਕੀਟ ਦੇ ਵਿੱਚ ਹੈ। ਉਹਦੀ ਰਿਟਰਨ ਜਿਹੜੀ ਹੈ ਤੁਹਾਡੀ ਰਿਟਾਇਰਮੈਂਟ ਤੇ ਕੀ ਹੋਵੇਗੀ, ਕੀ ਨਹੀਂ ਹੋਵੇਗੀ, ਕਿੰਨਾ ਪੈਸਾ ਤੁਹਾਨੂੰ ਮਿਲੇਗਾ, ਇਸ ਉੱਪਰ ਕਿਸੇ ਤਰ੍ਹਾਂ ਦਾ ਅਸ਼ੋਰੈਂਸ ਨਹੀਂ ਹੈ। ਸੋ ਜੇਕਰ ਇਸ ਪੁਆਇੰਟ ਦੀ ਗੱਲ ਕਰੀਏ ਤਾਂ ਪੁਰਾਣੀ ਪੈਨਸ਼ਨ ਦਾ ਇਹ ਫਾਇਦਾ ਹੈ ਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਕਿਹੜੀ ਸੈਲਰੀ ਤੇ ਰਿਟਾਇਰ ਹੋ ਰਹੇ ਹੋ ਤੇ ਇਹਦਾ 50% ਬਤੌਰ ਪੈਨਸ਼ਨ ਤੁਹਾਨੂੰ ਰਿਟਾਇਰਮੈਂਟ ਤੇ ਮਿਲੇਗਾ ਹੀ ਮਿਲੇਗਾ। ਔਰ ਜੇਕਰ ਅਗਲੇ ਪੁਆਇੰਟ ਦੀ ਗੱਲ ਕਰੀਏ ਕਿ ਤੁਹਾਨੂੰ ਪੈਨਸ਼ਨ ਦੀ ਅਦਾਇਗੀ ਜਿਹੜੀ ਹੈ ਹੋ ਰਹੀ ਹੈ ਤਾਂ ਇਸ ਦੇ ਵਿੱਚ ਵਾਧਾ ਵੀ ਹੋਵੇਗਾ। ਪੁਰਾਣੀ ਪੈਨਸ਼ਨ ਦੀ ਜੇਕਰ ਮੈਂ ਗੱਲ ਕਰਾਂ ਤਾਂ DA ਦੇ ਵਿੱਚ ਜਦੋਂ ਸਰਕਾਰ ਵਾਧਾ ਕਰਦੀ ਹੈ ਤਾਂ ਤੁਹਾਡੀ ਪੁਰਾਣੀ ਪੈਨਸ਼ਨ ਦੇ ਵਿੱਚ ਵੀ ਵਾਧਾ ਹੋਵੇਗਾ ਔਰ 10 ਸਾਲ ਬਾਅਦ ਜਦੋਂ ਪੇ ਕਮਿਸ਼ਨ ਬੈਠੇਗਾ ਤਾਂ ਤੁਹਾਡੀ ਪੈਨਸ਼ਨ ਦੇ ਵਿੱਚ ਸੰਬੰਧਿਤ ਫੈਕਟਰ ਜਿਹੜੇ ਹੋਣਗੇ ਉਸ ਵਕਤ ਦੇ ਉਸ ਦੇ ਨਾਲ ਜਿਹੜਾ ਹੈ ਹਰ 10 ਸਾਲ ਬਾਅਦ ਉਹ ਵੀ ਵਾਧਾ ਹੋਵੇਗਾ। ਯਾਨੀ ਕਿ ਤੁਹਾਡੀ ਪੈਨਸ਼ਨ ਹਰ 6 ਮਹੀਨੇ ਬਾਅਦ DA ਵਧਣ ਤੇ ਵੀ ਵਧੇਗੀ ਤੇ ਉਸ ਤੋਂ ਬਾਅਦ 10 ਸਾਲ ਤੋਂ ਬਾਅਦ ਜਦੋਂ ਪੇ ਕਮਿਸ਼ਨ ਲੱਗੇਗਾ ਉਦੋਂ ਵੀ ਵਧੇਗੀ। ਔਰ ਇਸ ਦੇ ਨਾਲ ਹੀ ਓਲਡ ਏਜ ਅਲਾਊਂਸ ਵੀ ਜਿਹੜੇ ਆ ਸਰਕਾਰ ਵੱਲੋਂ ਵੱਖ-ਵੱਖ ਏਜ ਗਰੁੱਪਸ ਦੇ ਉੱਪਰ ਲਗਾਏ ਜਾਂਦੇ ਨੇ। 65 ਸਾਲ ਤੋਂ ਬਾਅਦ 5%, ਫਿਰ 70 ਸਾਲ, ਫਿਰ 75 ਸਾਲ। ਯਾਨੀ ਕਿ ਓਲਡ ਪੈਨਸ਼ਨ ਦੇ ਦਾਇਰੇ ਹੇਠ ਜਦੋਂ ਤੁਸੀਂ ਆ ਜਾਓਗੇ ਪੈਨਸ਼ਨ ਦੀ ਜਿਹੜੀ ਅਦਾਇਗੀ ਤੁਹਾਨੂੰ ਹੋਵੇਗੀ ਤਾਂ ਹਰ ਉਮਰ ਦੇ ਪੜਾਅ ਦੇ ਉੱਪਰ ਜਿਹੜੀ ਹੈ ਤੁਹਾਡੀ ਪੈਨਸ਼ਨ ਦੇ ਵਿੱਚ ਵਾਧਾ ਹੋਵੇਗਾ। ਪਰ ਜੇਕਰ NPS ਦੀ ਗੱਲ ਕਰੀਏ ਤਾਂ ਜੇਕਰ ਮੰਨ ਲਈਏ 58 ਸਾਲ ਦੀ ਉਮਰ ਦੇ ਵਿੱਚ ਤੁਹਾਡੀ ਪੈਨਸ਼ਨ ਜਿਹੜੀ ਹੈ 50,000 ਫਿਕਸ ਹੋ ਗਈ ਹੈ ਤਾਂ ਸਾਰੀ ਉਮਰ ਜਿਹੜੀ ਹੈ ਤੁਹਾਨੂੰ 50,000 ਪੈਨਸ਼ਨ ਦੀ ਅਦਾਇਗੀ ਹੀ ਹੋਵੇਗੀ। ਇਸ ਵਿੱਚ ਭਵਿੱਖ ਦੇ ਵਿੱਚ ਕਿਸੇ ਤਰ੍ਹਾਂ ਦਾ ਵਾਧਾ ਨਹੀਂ ਹੋਵੇਗਾ। ਸੋ ਸਾਡਾ ਜਿਹੜਾ ਦੂਸਰਾ ਪੁਆਇੰਟ ਹੈ ਪੈਨਸ਼ਨ ਨੂੰ ਲੈ ਕੇ ਉਹ ਵੀ ਜੇਕਰ ਗੱਲ ਕਰੀਏ ਤਾਂ ਪੁਰਾਣੀ ਪੈਨਸ਼ਨ ਦੇ ਹੱਕ ਦੇ ਵਿੱਚ ਹੀ ਜਾ ਰਿਹਾ ਹੈ। ਔਰ ਜੇਕਰ ਅੱਜ ਦੀ ਗੱਲ ਕਰੀਏ ਦੋਸਤੋ ਕਿ ਜੇਕਰ NPS ਦੇ ਅਧੀਨ ਜਿਹੜੇ ਕਰਮਚਾਰੀ ਨੇ ਉਹਨਾਂ ਦੀ ਪੈਨਸ਼ਨ ਦਾ ਜਿਹੜਾ ਫੰਡ ਹੈ ਉਹ ਸਰਕਾਰ ਵੱਲੋਂ ਨਹੀਂ ਦਿੱਤਾ ਜਾਂਦਾ, ਉਹ ਕਰਮਚਾਰੀ ਦੇ ਖੁਦ ਖਾਤੇ ਚੋਂ ਹੀ ਕੱਟਿਆ ਜਾਂਦਾ ਜੋ ਕਿ ਉਸ ਨੂੰ ਰਿਟਾਇਰਮੈਂਟ ਤੇ ਦਿੱਤਾ ਜਾਂਦਾ। ਹਾਲਾਂਕਿ NPS ਫੰਡ ਦੇ ਵਿੱਚ ਪੰਜਾਬ ਸਰਕਾਰ ਵੀ ਆਪਣਾ ਹਿੱਸਾ ਜਿਹੜਾ ਜਮ੍ਹਾਂ ਕਰਵਾ ਰਹੀ ਹੈ ਔਰ ਇਸੇ ਕਾਰਨ ਹੀ ਪੰਜਾਬ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਕਿ ਜਿੱਥੇ ਅਸੀਂ 14% ਕਿਸੇ ਕਰਮਚਾਰੀ ਦਾ ਫੰਡ ਜਮ੍ਹਾਂ ਕਰਾ ਰਹੇ ਹਾਂ NPS ਦੇ ਵਿੱਚ, ਸਰਕਾਰ ਉਸ ਨੂੰ ਆਪਣੇ ਫੰਡ ਦੇ ਵਿੱਚੋਂ ਹੀ ਪੈਨਸ਼ਨ ਦੇ ਸਕਦੀ ਹੈ। ਸੋ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਦੀ ਬਹਾਲੀ ਦਾ ਫੈਸਲਾ ਲਿਆ। ਸੋ ਪੁਰਾਣੀ ਪੈਨਸ਼ਨ ਦੀ ਬਹਾਲੀ ਤੋਂ ਬਾਅਦ NPS ਕਰਮਚਾਰੀਆਂ ਦਾ ਜੋ 10% ਹਿੱਸਾ ਬੇਸਿਕ ਤੇ DA ਦਾ ਕੱਟ ਰਿਹਾ ਹੈ ਉਹ ਵੀ ਜਿਹੜਾ ਕੱਟਣਾ ਬੰਦ ਹੋ ਜਾਏਗਾ ਔਰ ਇਸ ਦੇ ਨਾਲ GP ਫੰਡ ਦੇ ਰੂਲ ਜਿਹੜੇ ਨੇ ਉਸ ਉੱਪਰ ਲਾਗੂ ਹੋ ਜਾਣਗੇ। ਔਰ ਜੇਕਰ ਰਿਟਰਨ ਦੀ ਗੱਲ ਕਰੀਏ ਯਾਨੀ ਕਿ ਜੋ ਪੈਸਾ ਸਾਡਾ ਜਮ੍ਹਾਂ ਹੋ ਰਿਹਾ ਉਸ ਉੱਪਰ ਜੋ ਰਿਟਰਨ ਮਿਲ ਰਹੀ ਹੈ, ਜੇਕਰ ਮੈਂ NPS ਦੀ ਗੱਲ ਕਰਾਂ ਤਾਂ ਉਹ ਫਿਕਸ ਨਹੀਂ ਹੈ, ਉਹ 6% ਵੀ ਹੋ ਸਕਦੀ ਹੈ, 10% ਵੀ ਹੋ ਸਕਦੀ ਹੈ। ਪਰ GP ਫੰਡ ਦੇ ਵਿੱਚ ਜੋ ਸਾਡਾ ਪੈਸਾ ਜਮ੍ਹਾਂ ਹੈ ਉਸ ਉੱਪਰ 7 ਤੋਂ 8% ਜਿਹੜੀ ਹੈ ਰਿਟਰਨ ਸਾਨੂੰ ਮਿਲਦੀ ਹੈ। ਔਰ ਇਸ ਦੀ ਹੋਰ ਵੀ ਇੱਕ ਫਾਇਦਾ ਹੈ, ਜੇਕਰ GPF ਦੀ ਗੱਲ ਕਰੀਏ ਤਾਂ ਕੋਈ ਵੀ ਕਰਮਚਾਰੀ ਆਪਣੇ ਕਰੀਅਰ ਦੇ ਵਿੱਚ ਲੋੜ ਅਨੁਸਾਰ ਜਿਹੜਾ ਇਸ ਵਿੱਚੋਂ ਪੈਸੇ ਕਢਵਾ ਸਕਦਾ, ਪਰ ਜਿੱਥੇ NPS ਦੇ ਫੰਡ ਦੀ ਗੱਲ ਕਰੀਏ ਤਾਂ ਇਸ ਦੇ ਵਿੱਚੋਂ ਪੈਸੇ ਕਢਵਾਉਣਾ ਵੀ ਔਖਾ ਹੈ ਔਰ ਜਿਹੜੀ ਰਕਮ ਤੁਸੀਂ ਕਢਾ ਸਕਦੇ ਹੋ ਤੁਹਾਡੇ ਆਪਦੀ ਯਾਨੀ ਕਿ ਕਿਸੇ ਮੁਲਾਜ਼ਮ ਦੀ ਜਮ੍ਹਾਂ ਰਕਮ ਦਾ ਸਿਰਫ 25% ਹਿੱਸਾ, ਜੋ ਕਿ ਬਹੁਤ ਘੱਟ ਬਣਦਾ ਹੈ। ਸੋ GPF ਦੀ ਸਹੂਲਤ ਦੀ ਵੀ ਜੇਕਰ ਗੱਲ ਕਰੀਏ ਤਾਂ ਇਹ ਵੀ ਜਿਹੜਾ ਪੁਆਇੰਟ ਹੈ ਇਹ ਪੁਰਾਣੀ ਪੈਨਸ਼ਨ ਦੇ ਹੱਕ ਦੇ ਵਿੱਚ ਹੀ ਜਾ ਰਿਹਾ ਹੈ। ਔਰ ਦੋਸਤੋ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਕਿ ਪੁਰਾਣੀ ਪੈਨਸ਼ਨ ਦੇ ਦਾਇਰੇ ਹੇਠ ਜਦੋਂ ਕੋਈ ਕਰਮਚਾਰੀ ਆ ਜਾਏਗਾ ਤਾਂ ਪੁਰਾਣੀ ਪੈਨਸ਼ਨ ਦੇ ਵਿੱਚ ਵਾਧਾ ਵੀ ਜਿਹੜਾ ਹੈ ਲਗਾਤਾਰ ਉਸ ਨੂੰ ਆਪਣੀ ਉਮਰ ਦੇ ਦੌਰਾਨ ਮਿਲਦਾ ਰਹੇਗਾ। ਦੋਸਤੋ, ਪੁਰਾਣੀ ਪੈਨਸ਼ਨ ਦੇ ਦਾਇਰੇ ਦੇ ਵਿੱਚ ਆਉਣ ਵਾਲੇ ਕਰਮਚਾਰੀਆਂ ਨੂੰ ਇੱਕ ਹੋਰ ਵੀ ਫਾਇਦਾ ਮਿਲੇਗਾ ਕਿ ਰਿਟਾਇਰਮੈਂਟ ਤੇ ਜਿਹੜੇ ਫੰਡ ਮਿਲਦੇ ਨੇ ਪੈਨਸ਼ਨ ਦੇ ਉਹ ਵੀ ਉਹਨੂੰ ਜਿਹੜੇ ਨੇ, ਜੇਕਰ ਗ੍ਰੈਚੁਟੀ ਦੀ ਗੱਲ ਕਰਾਂ, ਲਿਵ ਇਨਕੈਸ਼ਮੈਂਟ ਦੀ ਗੱਲ ਕਰੀਏ, ਕਮਿਊਟੇਸ਼ਨ ਆਫ ਪੈਨਸ਼ਨ ਦੀ ਗੱਲ ਕਰੀਏ ਤਾਂ ਕਈ ਤਰ੍ਹਾਂ ਦੇ ਫੰਡ ਜਿਹੜੇ ਨੇ, GPF ਦੀ ਗੱਲ ਕਰੀਏ ਉਸ ਨੂੰ ਰਿਟਾਇਰਮੈਂਟ ਤੇ ਮਿਲਣਯੋਗ ਹੋਣਗੇ। ਔਰ ਸਰਕਾਰ ਵੱਲੋਂ ਫਿਲਹਾਲ ਇਸ ਉੱਪਰ ਜਿਹੜੀ ਹੈ
ਕੋਈ ਗੱਲਬਾਤ ਨਹੀਂ ਕੀਤੀ ਗਈ ਹੈ, ਪਰ ਜੇਕਰ ਪੁਰਾਣੀ ਪੈਨਸ਼ਨ ਮੁਕੰਮਲ ਤੌਰ ਤੇ ਲਾਗੂ ਕੀਤੀ ਜਾਂਦੀ ਹੈ ਤਾਂ ਇਹ ਮਿਲਣ ਵਾਲੇ ਫੰਡ ਜਿਹੜੇ ਨੇ ਗ੍ਰੈਚੁਟੀ, ਕਮਿਊਟੇਸ਼ਨ, ਲੀਵ ਇਨਕੈਸ਼ਮੈਂਟ ਔਰ ਜੀਪੀ ਫੰਡ, ਇਹ ਵੀ ਕਰਮਚਾਰੀ ਨੂੰ 58 ਜਾਂ ਫਿਰ 60 ਸਾਲ ਦੀ ਉਮਰ ਦੀ ਰਿਟਾਇਰਮੈਂਟ ਤੋਂ ਬਾਅਦ ਮਿਲੇਗਾ। ਔਰ ਇਸ ਤੋਂ ਇਲਾਵਾ ਦੋਸਤੋ ਜੇਕਰ ਕਰਮਚਾਰੀਆਂ ਦੀ ਗੱਲ ਕਰੀਏ ਤਾਂ ਕਰਮਚਾਰੀਆਂ ਦੀ ਡੈਥ ਤੋਂ ਬਾਅਦ ਪੁਰਾਣੀ ਪੈਨਸ਼ਨ ਦੇ ਨਾਲ ਫੈਮਿਲੀ ਪੈਨਸ਼ਨ ਦਾ ਹੱਕ ਵੀ ਜਿਹੜਾ ਇਹਨਾਂ ਪਰਿਵਾਰਾਂ ਨੂੰ ਮਿਲ ਜਾਏਗਾ। ਹਾਲਾਂਕਿ ਸਰਕਾਰ ਨੇ ਪਿਛਲੇ ਸਾਲ ਇਸ ਉੱਪਰ ਨੋਟੀਫਿਕੇਸ਼ਨ ਜ਼ਰੂਰ ਜਾਰੀ ਕਰ ਦਿੱਤੀ ਹੈ, ਪਰ ਇਸ ਨੂੰ ਜੇਕਰ ਮੈਂ ਐਨਪੀਐਸ ਦੇ ਨਾਲ ਕੰਪੇਅਰ ਕਰਾਂ ਤਾਂ ਐਨਪੀਐਸ ਦੇ ਵਿੱਚ ਫੈਮਿਲੀ ਪੈਨਸ਼ਨ ਦੀ ਕੋਈ ਵੀ ਸਹੂਲਤ ਨਹੀਂ ਹੈ। ਔਰ ਇਸ ਦੇ ਨਾਲ ਹੀ ਦੋਸਤੋ ਰਿਟਾਇਰੀ ਕਰਮਚਾਰੀਆਂ ਨੂੰ ਮੈਡੀਕਲ ਰੀਇਨਬਰਸਮੈਂਟ ਯਾਨੀ ਕਿ ਮੈਡੀਕਲ ਦੇ ਖਰਚਿਆਂ ਦੀ ਪ੍ਰਤੀਪੂਰਤੀ ਵੀ ਜਿਹੜੀ ਹੈ ਪੁਰਾਣੀ ਪੈਨਸ਼ਨ ਦੇ ਦੌਰਾਨ ਮਿਲਦੀ ਹੈ। ਸੋ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਪੁਰਾਣੀ ਪੈਨਸ਼ਨ ਦੇ ਨਾਲ ਖੁੱਲ੍ਹ ਜਾਣਗੀਆਂ। ਹਾਲਾਂਕਿ ਸਰਕਾਰ ਨੇ ਇਸ ਉੱਪਰ ਨੋਟੀਫਿਕੇਸ਼ਨ ਨਹੀਂ ਜਾਰੀ ਕੀਤੀ ਹੈ, ਇਹ ਨਹੀਂ ਦੱਸਿਆ ਕਿ ਇਸ ਨੂੰ ਕਿਸ ਢੰਗ ਦੇ ਨਾਲ ਲਾਗੂ ਕੀਤਾ ਜਾਵੇਗਾ। ਬਹੁਤ ਸਾਰੀਆਂ ਖਬਰਾਂ ਇਸ ਨੂੰ ਲੈ ਕੇ ਵੀ ਆ ਰਹੀਆਂ ਨੇ ਕਿ ਐਨਪੀਐਸ ਦੇ ਵਿੱਚ ਹੀ ਕੋਈ ਸੋਧ ਕੀਤੀ ਜਾਵੇਗੀ, ਪਰ ਇਸ ਦੀ ਸੰਭਾਵਨਾ ਬਹੁਤ ਘੱਟ ਹੈ ਕਿਉਂਕਿ ਵੱਖ-ਵੱਖ ਸਰਕਾਰਾਂ ਜਿੱਦਾਂ ਕਿ ਝਾਰਖੰਡ, ਰਾਜਸਥਾਨ ਜਾਂ ਫਿਰ ਛੱਤੀਸਗੜ੍ਹ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਜਿਸ ਤਰੀਕੇ ਦੇ ਨਾਲ ਪੁਰਾਣੀ ਪੈਨਸ਼ਨ ਬਹਾਲ ਕੀਤੀ ਗਈ ਹੈ ਉਸ ਨੂੰ ਮੁਕੰਮਲ ਰੂਪ ਦੇ ਵਿੱਚ ਹੀ ਲਾਗੂ ਕੀਤਾ ਗਿਆ। ਪਰ ਪੰਜਾਬ ਦੇ ਵਿੱਚ ਹਜੇ ਜਿਹੜਾ ਐਲਾਨ ਕੀਤਾ ਗਿਆ ਔਰ ਇਸ ਉੱਪਰ ਨੋਟੀਫਿਕੇਸ਼ਨ ਆਣੀ ਹਜੇ ਬਾਕੀ ਹੈ। ਪਰ ਜੇਕਰ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਂਦੀ ਹੈ ਤਾਂ ਪੰਜਾਬ ਦੇ ਮੁਲਾਜ਼ਮਾਂ ਨੂੰ ਇਸ ਦਾ ਬਹੁਤ ਫਾਇਦਾ ਹੋਣ ਜਾ ਰਿਹਾ ਔਰ ਇਸੇ ਲਈ ਜਿਹੜੀ ਹੈ ਅੱਜ ਦੀ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਕਿ ਜੇਕਰ ਐਨਪੀਐਸ ਦੀ ਗੱਲ ਕਰੀਏ ਔਰ ਪੁਰਾਣੀ ਪੈਨਸ਼ਨ ਦੀ ਗੱਲ ਕਰੀਏ ਔਰ ਇਸ ਦੀ ਚੋਣ ਕਰਨ ਦਾ ਫੈਸਲਾ ਜੇਕਰ ਮੁਲਾਜ਼ਮਾਂ ਨੂੰ ਦਿੱਤਾ ਜਾਂਦਾ ਹੈ ਤਾਂ ਮੇਰੇ ਖਿਆਲ ਦੇ ਵਿੱਚ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਹ ਫੈਸਲਾ ਲੈਣਾ ਤੁਹਾਡੇ ਲਈ ਬੜਾ ਹੀ ਸੌਖਾ ਹੋ ਜਾਏਗਾ। ਸੋ ਆਸ ਕਰਦੇ ਹਾਂ ਦੋਸਤੋ ਕਿ ਅੱਜ ਦੀ ਵੀਡੀਓ ਤੇ ਅਪਡੇਟ ਤੁਹਾਨੂੰ ਵਧੀਆ ਲੱਗੀ ਹੋਵੇਗੀ। ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਸਾਡੇ ਚੈਨਲ ਤੇ ਆ ਰਹੀਆਂ ਵੀਡੀਓਜ਼ ਤੁਹਾਨੂੰ ਵਧੀਆ ਲੱਗ ਰਹੀਆਂ ਤਾਂ ਸਾਨੂੰ ਸਪੋਰਟ ਕਰਨ ਦੇ ਲਈ ਚੈਨਲ ਵੀ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਦਿਓ। ਬਸ ਇਸੇ ਤਰ੍ਹਾਂ ਹੀ ਜੁੜੇ ਰਹੋ, ਇਸੇ ਤਰ੍ਹਾਂ ਹੀ ਸਾਡਾ ਹੌਸਲਾ ਵਧਾਉਂਦੇ ਰਹੋ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।